ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਅੱਜ ਦਾ ਸ਼ੋਅ ਖਾਸ ਹੈ ਉਹਨਾਂ ਲਈ ਜਿਹੜੇ ਆਸਟ੍ਰੇਲੀਆ ਜਾਂ ਕੈਨੇਡਾ ਜਾ ਕੇ ਪੜ੍ਹਨਾ ਚਾਹੁੰਦੇ ਨੇ, ਟੂਰਿਸਟ ਵਿਜ਼ਟਰ ਸੁਪਰ ਵੀਜ਼ਾ ਲਵਾਉਣਾ ਚਾਹੁੰਦੇ ਨੇ। ਤਾਂ ਇਸ ਸ਼ੋਅ ਨਾਲ ਜੁੜੇ ਰਹੋ, ਕਿਉਂਕਿ ਇਸ ਦੇ ਵਿੱਚ ਕਾਫੀ ਉਹ ਗੱਲਾਂ ਸ਼ੇਅਰ ਹੋਣੀਆਂ ਨੇ ਜਿਹੜੀਆਂ ਤੁਹਾਡੇ ਲਈ ਜਾਣਨੀਆਂ ਬਹੁਤ ਜ਼ਰੂਰੀ ਹੈ ਅਪਲਾਈ ਕਰਨ ਤੋਂ ਪਹਿਲਾਂ। ਕਿਉਂਕਿ ਅੱਜ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਕਾਫੀ ਚੀਜ਼ਾਂ ਨੇ ਜਿਹੜੀ ਅਵੇਅਰ ਕਰ ਰਹੀਆਂ ਅਤੇ ਕਾਫੀ ਚੀਜ਼ਾਂ ਨੇ ਜਿਹੜੀਆਂ ਕਨਫਿਊਜ਼ ਜਾਂ ਮਿਸਗਾਈਡ ਕਰ ਰਹੀਆਂ ਨੇ। ਮੇਰਾ ਕਹਿਣ ਤੋਂ ਭਾਵ ਕੁਝ ਗਲਤ ਐਡਾਂ ਤੋਂ ਹੈ। ਅੱਜ ਇੱਕ ਸਹੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ। CICC ਮੈਂਬਰ ਕੈਨੇਡਾ ਤੋਂ ਡਾਕਟਰ ਰਵੀ ਗਰਗ ਜੀ ਮੇਰੇ ਨਾਲ ਮੌਜੂਦ ਨੇ, ਪਾਇਨੀਅਰ ਇਮੀਗ੍ਰੇਸ਼ਨ ਤੋਂ। ਡਾਕਟਰ ਸਾਹਿਬ ਬਹੁਤ ਸਰ। ਅਮਨ ਜੀ, ਸ਼ੋਅ 'ਤੇ ਸੱਦਾ ਦੇਣ ਲਈ ਬਹੁਤ ਬਹੁਤ ਧੰਨਵਾਦ ਅਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਸੋਸ਼ਲ ਮੀਡੀਆ ਦੇ ਦੌਰ ਦੀ ਮੈਂ ਗੱਲ ਕੀਤੀ ਹੈ। ਅੱਗੇ ਸੀਗਾ ਵੀ ਇਹ ਤੋਂ ਅਵੇਅਰਨੈਸ ਆਉਂਦੀ ਹੈ, ਛੋਟੀ ਛੋਟੀ ਨਿਊਜ਼ ਬੜੀ ਜਲਦੀ ਸਾਡੇ ਤੱਕ ਪਹੁੰਚ ਜਾਂਦੀ, ਕੀ ਅਪਡੇਟ ਆਈ ਹੈ, ਕੀ ਨਵਾਂ ਹੋਇਆ। ਉੱਥੇ ਕੁਛ ਇਹੋ ਜਿਹੀ ਚੀਜ਼ਾਂ ਵੀ ਵਾਪਰਨ ਲੱਗ ਗਈਆਂ ਜਿਹੜੀ ਐਕਚੁਅਲ ਦੇ ਵਿੱਚ ਨਹੀਂ ਸਟੈਂਡ ਕਰਦੀਆਂ। ਬਿਲਕੁਲ। ਉਹ ਐਡ ਆਪਾਂ ਗੱਲ ਕਰ ਲਈਏ ਟੂਰਿਸਟ ਵਿਜ਼ਟਰ ਦੀ, ਜੇ ਮੈਂ ਕੈਨੇਡਾ ਦੀ ਗੱਲ ਕਰਾਂ ਤਾਂ ਉਹਦੇ 'ਚ ਆਉਂਦਾ ਜੀ ਫਲਾਣਾ ਮੇਲਾ ਹੈ, ਉੱਥੇ ਚਲੋ। ਹੁਣ ਨਿਊ ਈਅਰ ਆਉਣ ਵਾਲਾ ਹੈ, ਕ੍ਰਿਸਮਸ ਆਉਣ ਵਾਲਾ ਹੈ, ਕੈਨੇਡਾ ਚਲੋ। ਬਿਲਕੁਲ। ਆਸਟ੍ਰੇਲੀਆ ਦੀ ਐਡ ਆ ਰਹੀ ਹੈ ਜੀ, ਵਰਲਡ ਕੱਪ ਹੈ ਅਤੇ ਵੀਜ਼ੇ ਲੈ ਲਓ। ਬਿਲਕੁਲ। ਉਹਦੇ 'ਚ ਪ੍ਰੋਫਾਈਲ ਕੀ ਹੈ ਕੋਈ ਮੈਟਰ ਨਹੀਂ ਕਰਦੀ। ਐਂ ਲੱਗਦਾ ਵੀ ਜਿਹੜਾ ਮਰਜ਼ੀ ਅਪਲਾਈ ਕਰਾਓ, ਜੇ ਉੱਥੇ ਲੰਗਰ ਲੱਗਾ ਜੀ ਵੀਜ਼ਾ ਸਭ ਨੂੰ ਮਿਲ ਜਾਣਾ। ਬਿਲਕੁਲ। ਇਹਨਾਂ ਚੀਜ਼ਾਂ ਬਾਰੇ ਕੀ ਕਹਿਣਾ, ਮੈਂ ਇੱਥੋਂ ਸ਼ੁਰੂਆਤ ਕਰਨਾ ਚਾਹੁੰਦਾ। ਬਿਲਕੁਲ, ਦੇਖੋ ਇਹ ਤਾਂ ਸਾਰਿਆਂ ਨੂੰ ਇੰਨੀ ਕੁ ਮੇਰਾ ਖਿਆਲ ਹੈ ਵੀ ਸ਼ਾਇਦ ਕੋਈ ਹੋਵੇ ਜਿਹਨੂੰ ਨਾ ਪਤਾ ਹੋਵੇ ਵੀ ਹਰ ਇੱਕ ਅੰਬੈਸੀ ਦੇ ਆਪਣੀਆਂ ਪਾਲਿਸੀਆਂ ਨੇ, ਰੂਲਸ ਰੈਗੂਲੇਸ਼ਨਸ ਨੇ। ਵਿਜ਼ਟਰ ਵੀਜ਼ਾ ਦੀ ਗੱਲ ਕਰੀਏ ਤੇ ਨੰਬਰ 1 ਤੇ ਫੰਡਸ ਕਿੰਨੇ ਨੇ ਤੁਹਾਡੇ ਅਕਾਊਂਟ ਦੇ ਵਿੱਚ, ਬੈਂਕ ਅਕਾਊਂਟ ਦੇ ਵਿੱਚ, ਸੇਵਿੰਗ ਜਾਂ ਫਿਕਸਡ ਡਿਪੋਜ਼ਿਟ। ਔਰ ਬੈਟਰ ਹੈਗਾ 6 ਮਹੀਨੇ ਪੁਰਾਣੇ ਹੋਣ, 6 ਮਹੀਨੇ ਨਹੀਂ ਤਾਂ 3-4 ਮਹੀਨੇ, ਜਿੰਨੇ ਪੁਰਾਣੇ ਹੋਣ ਉਨੇ ਵਧੀਆ। ਜ਼ਿਆਦਾ ਤੋਂ ਜ਼ਿਆਦਾ ਫੰਡ 10 ਲੱਖ 8 ਲੱਖ 6 ਲੱਖ ਇਸ ਤਰ੍ਹਾਂ ਫੰਡਸ ਹੋਣ। ਔਰ ਇਨਕਮ ਦੀ ਜਿਹੜੀ ਹੈ ਪਿਛਲੇ 3 ਸਾਲ 2 ਸਾਲ ਘੱਟੋ ਘੱਟ 1 ਸਾਲ ਦਾ ਜਿਹੜਾ ਹੈ ਇਨਕਮ ਦੀ ਜਿਹੜਾ ਪ੍ਰੂਫ ਹੋਵੇ। ਔਰ ਪ੍ਰੋਪਰਟੀ ਦੇ ਡਾਕੂਮੈਂਟ ਲੱਗਣਗੇ, ਉਸ ਦੀ ਅਸੈਸਮੈਂਟ, ਪ੍ਰੋਪਰਟੀ ਦੇ ਓਨਰਸ਼ਿਪ ਕਿ ਤੁਹਾਡੀ ਹੈਗੀ ਹੈ ਵਾਕਈ। ਦੂਸਰਾ ਉਸ ਦੀ ਇਵੈਲੂਏਸ਼ਨ ਕਿ ਕਿੰਨੇ ਦੀ ਉਹਦੀ ਵੈਲਿਊ ਹੈਗੀ ਹੈ। ਔਰ ਅਗਰ ਇੰਗਲਿਸ਼ ਦੇ ਵਿੱਚ ਡਾਕੂਮੈਂਟ ਨਹੀਂ ਹੈਗੇ ਤਾਂ ਇੰਗਲਿਸ਼ ਵਿੱਚ ਟਰਾਂਸਲੇਸ਼ਨ। ਇੱਕ ਛੋਟੀ ਜਿਹੀ ਫਿਰ ਇਹ ਜਿਹੜਾ ਜ਼ਿਆਦਾਤਰ ਜਿਹੜਾ ਸਪੋਂਸਰ ਉੱਥੇ ਹੋਣਾ ਚਾਹੀਦਾ, ਦੂਸਰੀ ਕੈਨੇਡਾ ਹੋਵੇ ਭਾਵੇਂ ਆਸਟ੍ਰੇਲੀਆ। ਉੱਥੇ ਕੋਈ ਜਿੱਥੇ ਜਾ ਰਹੇ ਹੋ ਉੱਥੇ ਕਿਸ ਪਰਪਜ਼ ਵਾਸਤੇ ਜਾ ਰਹੇ ਹੋ, ਉੱਥੇ ਕੌਣ ਤੁਹਾਨੂੰ ਦੇਖ ਰੇਖ ਕਰੇਗਾ, ਕੌਣ ਤੁਹਾਨੂੰ ਜਿਹੜਾ ਖਿਆਲ ਰੱਖੇਗਾ, ਉਸ ਦੀ ਸਪੋਂਸਰਸ਼ਿਪ ਲੈਟਰ ਹੋਣੀ ਚਾਹੀਦੀ ਹੈ। ਉਸ ਦਾ ਉਹ ਸਟੇਟਸ ਦਾ ਪ੍ਰੂਫ ਕਿ ਉਹ ਕੀ PR ਹੈ ਜਾਂ ਸਟੱਡੀ ਵੀਜ਼ਾ 'ਤੇ ਕਿ। ਸੋ ਇਹ ਡਾਕੂਮੈਂਟਸ ਇੱਕ ਥੋੜ੍ਹੀ ਜਿਹੀ ਗੱਲ ਦੱਸੀ। ਔਰ ਉੱਥੇ ਜਿਹੜਾ ਸਪੋਂਸਰ ਹੈਗਾ ਉਸ ਦੇ ਵੀ ਬੈਂਕ ਦੇ ਵਿੱਚ ਕਿੰਨੇ ਪੈਸੇ ਨੇ, ਇਨਕਮ ਦਾ ਜਿਹੜਾ ਪ੍ਰੂਫ ਨਾਲ ਲੱਗੇਗਾ। ਸੋ ਇਹ ਜਿਹੜੇ ਡਾਕੂਮੈਂਟਸ ਨੇ ਇਹ ਜ਼ਰੂਰੀ ਨੇ। ਅਗਰ ਇਹ ਡਾਕੂਮੈਂਟ ਨਾ ਲਾਏ ਤਾਂ 10 ਵਿੱਚੋਂ 1 ਸ਼ਾਇਦ ਲੱਗ ਜਾਵੇ, ਲੇਕਿਨ ਰਿਫਿਊਜ਼ਲ ਦੇ ਚਾਂਸ ਕਾਫੀ ਜ਼ਿਆਦਾ ਹੋਣਗੇ। ਉਹੀ ਹੁੰਦਾ ਕਿ ਕੰਸਲਟੈਂਟ ਨੇ ਆਪਣੀ ਫੀਸ ਲੈ ਲੈਣੀ ਹੈ ਭਾਵੇਂ ਤੁਹਾਡਾ ਵੀਜ਼ਾ ਲੱਗੇ ਜਾਂ ਨਾ ਲੱਗੇ। ਪਾਲਿਸੀਜ਼ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਅਗੇਨ ਕਿ ਇੱਕ ਕੋਲ ਗਏ ਹੋ ਤੁਸੀਂ, ਉਹ ਕਹਿੰਦੇ ਜੇ ਫਟਾਫਟ ਕੰਮ ਹੋ ਜਾਣਾ ਮਿੰਟਾਂ ਮਿੰਟੀ, ਭਾਵੇਂ ਸਟੱਡੀ ਵੀਜ਼ਾ ਹੈਗਾ ਭਾਵੇਂ ਕੋਈ ਹੋਰ ਹੈਗਾ। ਅਤੇ 2-3-4 ਕੰਸਲਟੈਂਟਸ ਨੂੰ ਮਿਲ ਲੈਣਾ ਚਾਹੀਦਾ। ਖਾਸ ਤੌਰ 'ਤੇ ਆਥੋਰਾਈਜੇਸ਼ਨਸ ਦਾ ਜਿਹੜੀ ਰੈਕਗਨੀਸ਼ਨ ਜਿਹੜੀਆਂ ਹੈਗੀਆਂ ਨੇ ਮੈਟਰ ਕਰਦੀਆਂ। ਕੈਨੇਡਾ ਵਾਸਤੇ ਮੈਂ CICC ਮੈਂਬਰ ਕੈਨੇਡਾ ਅੰਬੈਸੀ ਦੀ ਵੈਬਸਾਈਟ 'ਤੇ ਨਾਮ 2003 ਤੋਂ ਕੰਪਨੀ, ਔਰ CICC ਜਿਹੜੀ ਕੈਨੇਡੀਅਨ ਗੌਰਮੈਂਟ ਦੀ ਡੈਜ਼ੀਗਨੇਟਿਡ ਬਾਡੀ ਹੈਗੀ ਆ ਉਸ ਦਾ ਮੈਂ ਮੈਂਬਰ ਹੈਗਾ। ਔਰ ਜਿਹੜਾ ਜੇ ਆਪਾਂ ਕੈਨੇਡਾ ਵਾਸਤੇ ਕੋਈ ਫਾਈਲ ਲਾਉਣੀ ਹੈ ਤਾਂ ਇੱਕ ਫਾਰਮ ਲਗਾਉਂਦੇ ਹਾਂ ਆਪਾਂ IMM 5476। ਇਹ ਤੁਸੀਂ ਲਿਖੋਗੇ IMM 5476 ਗੂਗਲ 'ਤੇ ਲਿਖੋਗੇ, ਇੱਕ ਫਾਰਮ ਆ ਜਾਏਗਾ ਰਿਪਰੈਜ਼ੈਂਟੇਟਿਵ ਫਾਰਮ। ਉਹ ਅਸੀਂ ਫਾਈਲ ਦੇ ਵਿੱਚ ਨਾਲ ਲਾਉਂਦੇ ਹਾਂ। ਉਹਦੇ ਵਿੱਚ ਪੁੱਛਿਆ ਜਾਂਦਾ ਤੁਹਾਡਾ ਜਿਹੜਾ CICC ਮੈਂਬਰ ਉਸ ਦਾ CICC ਮੈਂਬਰਸ਼ਿਪ ਨੰਬਰ ਕਿੰਨਾ ਹੈਗਾ। ਔਰ ਆਸਟ੍ਰੇਲੀਆ ਵਾਸਤੇ ਜਿਹੜਾ ਹੈਗਾ ਮਾਰਾ ਮੈਂਬਰ ਜਾਂ ਮਾਰਾ ਏਜੰਟ ਕਹਿੰਦੇ ਹੈਗੇ ਆ, ਡਾਕਟਰ ਗਗਨਦੀਪ ਕੌਰ ਜੱਜੀ ਜਿਹੜੇ ਮੇਰੇ ਜੂਨੀਅਰ ਸੀਗੇ, ਮੇਰੇ ਨਾਲ ਡਾਕਟਰੀ ਕੀਤੀ ਸੀਗੀ, ਹੁਣ ਜਿਹੜੇ ਨੇ ਉਹ ਆਸਟ੍ਰੇਲੀਅਨ ਸਿਟੀਜ਼ਨ ਔਰ ਇਹ ਜਿਹੜੇ ਆਸਟ੍ਰੇਲੀਅਨ ਗੌਰਮੈਂਟ ਆਸਟ੍ਰੇਲੀਅਨ ਅੰਬੈਸੀ ਤੋਂ ਰਿਕਗਨਾਈਜ਼ਡ ਮਨਜ਼ੂਰਸ਼ੁਦਾ ਕੰਸਲਟੈਂਟ ਨੇ। ਉਹ ਆਸਟ੍ਰੇਲੀਆ ਦਾ ਸਾਡਾ ਸਾਰਾ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ ਵਗੈਰਾ ਦਾ ਸਾਰਾ ਆਸਟ੍ਰੇਲੀਆ ਦਾ ਕੰਮ ਦੇਖਦੇ ਨੇ। ਕੋਈ ਵੀ ਇਸ ਤਰ੍ਹਾਂ ਦਾ ਕੈਨੇਡਾ ਦਾ ਹੋਵੇ ਤਾਂ ਮੈਂ ਦੇਖੂੰਗਾ, ਆਸਟ੍ਰੇਲੀਆ ਦਾ ਡਾਕਟਰ ਗਗਨਦੀਪ ਕੌਰ ਜੱਜੀ ਦੇਖਣਗੇ। ਲੇਕਿਨ ਇਹ ਰਿਕਗਨੀਸ਼ਨਸ ਮੈਟਰ ਕਰਦੀਆਂ। ਬੜੇ ਸਾਰੇ ਟੈਸਟ ਦੇ ਕੇ, ਲੰਬੀਆਂ ਗੱਲਾਂ ਨੇ ਲੇਕਿਨ ਬੜੇ ਸਾਰੇ ਟੈਸਟ ਦੇ ਕੇ ਅਸੀਂ ਇਹ ਰਿਕਗਨਾਈਜ਼ਡ ਬਣਦੇ ਹੈਗੇ ਆ, ਮਨਜ਼ੂਰਸ਼ੁਦਾ ਜਿਹੜੇ ਕੰਸਲਟੈਂਟ ਬਣਦੇ ਹੈਗੇ ਆ। ਔਰ ਫਿਰ ਉਹੀ ਐਜੂਕੇਸ਼ਨ, ਐਕਸਪੀਰੀਅੰਸ ਔਰ ਇਹ ਸਾਰੀ ਨੌਲੇਜ ਔਰ ਬੜੇ ਸਾਰੇ ਟੈਸਟ ਪਾਸ ਕਰਨਾ। ਔਰ ਖ਼ਾਸ ਤੌਰ 'ਤੇ ਜਿਸ ਤਰ੍ਹਾਂ ਮੰਜੀ ਨੇ ਕਈ ਵਾਰੀ ਦੱਸਿਆ ਹੈਗਾ ਕਿ ਇਹ ਜਿਹੜੇ ਸਾਰੀ ਐਥੀਕਲ ਜਿਹੜੇ ਕੋਰਸ ਅਸੀਂ ਐਥਿਕਸ ਨੂੰ ਲੈ ਕੇ, ਪ੍ਰੋਫੈਸ਼ਨਲਿਜ਼ਮ ਨੂੰ ਲੈ ਕੇ ਇਹ ਸਾਰੇ ਸਾਨੂੰ ਦੱਸੇ ਜਾਂਦੇ ਨੇ। ਕੰਡੀਸ਼ਨਸ ਹੁੰਦੀਆਂ ਨੇ ਇਹ ਮੈਂਬਰ ਬਣੇ ਰਹਿਣ ਵਾਸਤੇ। ਔਰ ਉਹ ਸਾਰਾ ਅਸੀਂ ਧਿਆਨ ਰੱਖਦੇ ਹਾਂ ਕਿ ਜਾਇਜ਼ ਇੱਕ ਪ੍ਰੋਫੈਸ਼ਨਲ ਜੈਨੂਅਨ ਕੰਸਲਟੈਂਟ ਬਣ ਕੇ ਤੁਹਾਡਾ ਖਿਆਲ ਕਰ ਸਕੀਏ ਜੀ। ਬਿਲਕੁਲ। ਜਦੋਂ ਆਪਾਂ ਟੂਰਿਸਟ ਵਿਜ਼ਟਰ ਦੀ ਗੱਲ ਕਰਦੇ ਹਾਂ, ਬਹੁਤ ਵੱਡੀ ਤਾਦਾਦ ਦੇ ਵਿੱਚ ਨੇ ਜਿਹੜੇ ਇਸ ਵੀਜ਼ਾ ਨੂੰ ਲੈਣਾ ਚਾਹੁੰਦੇ ਨੇ। ਮੈਂ ਹਮੇਸ਼ਾ ਗੱਲ ਕਰਦਾ 2 ਚੀਜ਼ਾਂ ਮੇਨ ਨੇ।
ਤੁਹਾਡੇ ਉੱਥੇ ਜਾਣ ਦੀ ਵਜ੍ਹਾ, ਡਾਕਟਰ ਸਾਹਿਬ ਨੇ ਉਹਨੂੰ ਸਪਾਂਸਰਸ਼ਿਪ ਦਾ ਨਾਂ ਦਿੱਤਾ, ਤੁਹਾਡੇ ਉੱਥੇ ਕੋਈ ਸਾਂਭਣ ਵਾਲਾ ਹੈ ਕਿ ਨਹੀਂ, ਕੀ ਕਰਨ ਚੱਲੇ ਹੋ, ਤੁਹਾਡੇ ਵਾਪਸ ਆਉਣ ਦੀ ਵਜ੍ਹਾ, ਇਹ ਦੋਨੋਂ ਉਹਨਾਂ ਨੂੰ ਕਲੀਅਰ ਹੋਣੀਆਂ ਚਾਹੀਦੀਆਂ ਵੀ ਤੁਸੀਂ ਵਾਪਸ ਕੰਟਰੀ ਆਓਗੇ, ਤੁਹਾਡੇ ਸੋਸ਼ਲ ਟਾਈਜ਼ ਕੀ ਨੇ, ਫੈਮਿਲੀ ਟਾਈਜ਼ ਕੀ ਨੇ, ਤੁਹਾਡਾ ਇੱਥੇ ਬਿਜ਼ਨਸ ਕੀ ਹੈ, ਕਿਉਂ ਤੁਸੀਂ ਮੁੜ ਆਓਗੇ, ਉਹਨਾਂ ਦੀ ਕੰਟਰੀ ਤਾਂ ਨਹੀਂ ਰਹਿ ਜਾਓਗੇ। ਸੋ ਇਹ ਚੀਜ਼ਾਂ ਦਿਖਾਉਣੀਆਂ ਪੈਂਦੀਆਂ ਨੇ ਤਾਂ ਵੀਜ਼ਾ ਲੱਗਦਾ ਹੈ। ਅੱਜ ਜੇ ਗੱਲ ਕਰੀਏ ਫਲਾਣੇ ਮੇਲੇ 'ਤੇ ਚੱਲੇ ਆ ਜੀ, ਪਹਿਲੇ ਕਦੇ ਟਰੈਵਲ ਹੀ ਨਹੀਂ ਕੀਤਾ ਅਤੇ ਉਹ ਵੀਜ਼ਾ ਨਹੀਂ ਲੱਗਣਾ, ਇਹ ਦੇ ਚਾਂਸਿਆਂ 'ਚ ਨਾ ਆ ਕੇ ਇੱਕ ਸਹੀ ਗਾਈਡੈਂਸ ਲਿਓ। CICC ਮੈਂਬਰ ਡਾਕਟਰ ਰਵੀ ਗਰਗ, ਇਹਨਾਂ ਦੀ ਕੰਪਨੀ ਪਾਇਨੀਅਰ ਇਮੀਗ੍ਰੇਸ਼ਨ ਦਾ ਨੰਬਰ ਤੁਹਾਡੇ ਸਕਰੀਨ 'ਤੇ ਚੱਲ ਰਹੇ ਨੇ। ਤੁਸੀਂ ਆਪਣੇ ਪੇਰੈਂਟਸ ਦੇ ਕੋਈ ਵੀ ਵੀਜ਼ਾ ਬਾਰੇ ਜਾਣਕਾਰੀ ਚਾਹੁੰਦੇ ਹੋ, ਇਹਨਾਂ ਨੂੰ ਜਿਹੜਾ ਤੁਸੀਂ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ। ਡਾਕਟਰ ਸਾਹਿਬ, ਸੁਪਰ ਵੀਜ਼ਾ ਨੂੰ ਲੈ ਕੇ ਵੀ ਕੁਐਰੀ ਹੈ, ਕਿਉਂਕਿ ਪੇਰੈਂਟਸ ਕਾਫੀ ਇੱਥੇ ਹੈਗੇ ਹੈ ਜਿਨ੍ਹਾਂ ਕੋਲ ਪਹਿਲਾਂ ਵਿਜ਼ਟਰ ਵੀਜ਼ਾ ਸੀਗਾ, ਹੁਣ ਸੁਪਰ ਵੀਜ਼ਾ ਦੀ ਸ਼ਰਤਾਂ ਚੇਂਜ ਹੋ ਕੇ 5 ਸਾਲ, ਫਿਰ ਐਕਸਟੈਂਡਡ 2 ਸਾਲ, 7 ਸਾਲ ਤੱਕ ਲੈ ਸਕਦੇ ਆ। ਬਿਲਕੁਲ, ਕਾਫੀ ਬੱਚੇ ਜਾਣਨਾ ਚਾਹੁੰਦੇ ਨੇ ਜੇ ਪੇਰੈਂਟਸ ਨੂੰ ਸੁਪਰ ਵੀਜ਼ਾ 'ਤੇ ਬੁਲਾਉਣਾ ਹੈ ਤੇ ਕੀ ਸਾਨੂੰ ਨੀਡ ਹੋਏਗੀ? ਦੇਖੋ, ਇੱਕ ਤਾਂ 1 ਲੱਖ ਕੈਨੇਡੀਅਨ ਡਾਲਰ ਦੀ ਜਿਹੜੀ ਹੈ ਇੰਸ਼ੋਰੈਂਸ ਕਰਾਉਣੀ ਹੈਗੀ ਹੈ, ਹੈਲਥ ਇੰਸ਼ੋਰੈਂਸ, ਤਾਂ ਕਿ ਉੱਥੇ ਜਾ ਕੇ, ਕਿਉਂਕਿ ਇੰਨਾ ਟਾਈਮ, ਲੰਮਾ ਟਾਈਮ ਰਹਿਣਾ ਹੈਗਾ ਉਹਨਾਂ ਨੇ, ਸੁਪਰ ਵੀਜ਼ਾ ਵਾਲੇ ਪਰਸਨ ਨੇ, ਅਤੇ ਉੱਥੇ ਅਗਰ ਕੋਈ ਹੈਲਥ ਦਾ ਇਸ਼ੂ ਹੋ ਜਾਵੇ ਅਤੇ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਸਿਟੀਜ਼ਨ ਨੇ ਉਹਨਾਂ ਦੇ ਹੈਲਥ ਦੀ ਕੇਅਰ ਔਰ ਖਰਚੇ ਤਾਂ ਕੈਨੇਡੀਅਨ ਗੌਰਮੈਂਟ ਕਰਦੀ ਹੈਗੀ ਹੈ। ਲੇਕਿਨ ਕਿਉਂਕਿ ਇਹ ਜਿਹੜੇ ਸੁਪਰ ਵੀਜ਼ਾ ਜਾਂ ਵਿਜ਼ਿਟਰ ਵੀਜ਼ਾ, ਟੂਰਿਸਟ ਵੀਜ਼ਾ ਵਾਲੇ ਜਿਹੜੇ ਨੇ, ਇਹ ਟੈਂਪਰੇਰੀ ਰੈਜ਼ੀਡੈਂਟ ਨੇ, ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਨਹੀਂ ਹੈਗੇ, ਅਤੇ ਇਹਨਾਂ ਦੀ ਜਿਹੜੀ ਹੈਲਥ ਦੀ ਇੰਸ਼ੋਰੈਂਸ, ਹੈਲਥ ਦੀ ਜਿਹੜੀ ਖਰਚੇ ਦੀ ਜ਼ਿੰਮੇਵਾਰੀ ਉਹਨਾਂ ਦੀ ਕੈਨੇਡਾ ਗੌਰਮੈਂਟ ਦੀ ਨਹੀਂ ਬਣਦੀ। ਸੋ ਇਸ ਕਰਕੇ ਇਹਨਾਂ ਨੂੰ ਅਗਰ ਕੋਈ ਇਸ਼ੂ ਹੋ ਜਾਵੇ ਤਾਂ ਫਿਰ ਕੀ ਬਣੇਗਾ ਕਿ ਇਹ ਨਾ ਹੋਏ ਕਿ ਬਿਮਾਰ ਹੋ ਜਾਣ, ਉੱਥੇ ਹਸਪੀਟਲ ਵਿੱਚ ਦਾਖਲ ਕਰਨਾ ਪੈ ਜਾਵੇ ਔਰ ਕੈਨੇਡਾ ਗੌਰਮੈਂਟ ਨੂੰ ਖਰਚਾ ਕਰਨਾ ਪੈ ਜਾਵੇ। ਅਤੇ ਇਹ ਹੈਲਥ ਇੰਸ਼ੋਰੈਂਸ 1 ਲੱਖ ਕੈਨੇਡੀਅਨ ਡਾਲਰ ਦੀ ਹੋਣੀ ਜ਼ਰੂਰੀ ਹੈਗੀ ਹੈ। ਦੂਸਰੀ ਗੱਲ ਹੈਗੀ ਹੈ ਕਿ ਇਨਕਮ ਦੀ ਰਿਕੁਆਇਰਮੈਂਟ ਨੂੰ ਮੀਟ ਕਰਨਾ। ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਹੋਣਾ ਸੁਪਰ ਵੀਜ਼ਾ ਵਾਸਤੇ, ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਹੀ ਕਰ ਸਕਦੇ ਨੇ। ਉੱਥੇ ਜਿਹੜੇ ਟੈਂਪਰੇਰੀ ਰੈਜ਼ੀਡੈਂਟ ਨੇ, ਸਟੱਡੀ ਵੀਜ਼ਾ, ਵਰਕ ਵੀਜ਼ਾ ਵਾਲੇ, ਉਹ ਆਪਣੇ ਪੇਰੈਂਟਸ, ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ 'ਤੇ ਨਹੀਂ, ਵਿਜ਼ਿਟਰ ਵੀਜ਼ਾ 'ਤੇ ਬੁਲਾਉਣਗੇ। ਲੇਕਿਨ PR ਸਿਟੀਜ਼ਨ ਨੇ ਔਰ ਇਨਕਮ ਦੀ ਜਿਹੜੀ ਕੰਡੀਸ਼ਨ ਨੂੰ ਮੀਟ ਕਰਦੇ ਨੇ। ਇਨਕਮ ਕੀ ਲਾਈਕੋ ਜਿਹੜੀ ਹੈ, ਲੋ ਇਨਕਮ ਕੱਟ ਆਫ, ਹਰ ਸਾਲ ਜਿਹੜੀ ਹੈ ਸਟੈਟਿਸਟਿਕਸ ਜਿਹੜੀ ਡਿਪਾਰਟਮੈਂਟ ਕੈਨੇਡਾ ਦਾ ਜਿਹੜਾ ਹੈਗਾ, ਉਹ ਲੋ ਇਨਕਮ ਕੱਟ ਆਫ ਟੇਬਲ ਬਣਾਉਂਦਾ ਹੈਗਾ ਕਿ ਕਿੰਨੇ ਬੰਦੇ ਜਿਹੜੇ ਫੈਮਿਲੀ ਵਾਲੇ ਉੱਥੇ ਨੇ ਜਿਹੜੇ ਸਪੋਂਸਰ ਕਰਦੇ ਪਏ ਨੇ, ਹਸਬੈਂਡ ਵਾਈਫ ਦੀ ਇਨਕਮ ਐਡ ਹੋ ਜਾਏਗੀ, ਕਲੱਬ ਹੋ ਜਾਏਗੀ। ਉਹ ਐਡ ਹੋ ਕੇ ਆਪਾਂ ਇਹ ਦੇਖਣਾ ਵੀ ਮੈਂਬਰ ਕਿੰਨੇ ਨੇ ਜਿਹੜੇ ਕੈਨੇਡਾ 'ਚ ਬੁਲਾ ਰਹੇ ਨੇ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ। ਅਗਰ ਬੇਟਾ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਬੁਲਾ ਰਿਹਾ ਅਤੇ ਬੇਟੇ ਦੀ ਵਾਈਫ, ਜਿਹੜੇ ਇਨਵਾਈਟਰ ਹੈਗੇ ਨੇ, ਉਹ ਉਹਨਾਂ ਦੀ ਵਾਈਫ, ਉਹਨਾਂ ਦੇ ਬੱਚੇ, ਮੰਨ ਲਓ 3 ਬੱਚੇ ਨੇ, ਅਤੇ ਆਪ 2 ਅਤੇ 3 ਬੱਚੇ 5, ਔਰ ਪੇਰੈਂਟਸ ਨੂੰ ਬੁਲਾ ਰਹੇ ਨੇ ਦੋਨਾਂ ਨੂੰ, ਅਤੇ 2 ਐਡ ਕਰ ਦਾਂਗੇ 7 ਬੰਦਿਆਂ ਵਾਸਤੇ ਜਿਹੜੀ ਲਾਈਕੋ ਦਾ ਜਿਹੜਾ ਟੇਬਲ ਹੈਗਾ ਲੋ ਇਨਕਮ ਕੱਟ ਆਫ, ਉਸ ਟੇਬਲ ਦੇ ਵਿੱਚ 7 ਬੰਦਿਆਂ ਦੀ ਕਿੰਨੀ ਇਨਕਮ ਘੱਟੋ ਘੱਟ ਜ਼ਰੂਰੀ ਹੈਗੀ ਆ ਰਹਿਣ ਸਹਿਣ ਵਾਸਤੇ, ਉਹ ਇਨਕਮ ਜ਼ਰੂਰੀ ਹੋਣੀ ਚਾਹੀਦੀ ਹੈ। ਇਹ ਕੰਡੀਸ਼ਨ ਹੈਗੀ ਹੈ, ਤਾਂ ਹੀ ਸੁਪਰ ਵੀਜ਼ਾ 'ਤੇ ਇਨਵਾਈਟ ਕਰ ਸਕਦੇ ਜੀ। ਇਹ ਟੈਕਨੀਕਲ ਚੀਜ਼ਾਂ ਨੇ ਜੀ ਜੋ ਐਕਸਪੀਰੀਅੰਸ ਨਾਲ ਆਉਂਦੀਆਂ, ਜੋ ਤੁਹਾਨੂੰ ਦੱਸ ਰਹੇ ਨੇ। ਤੁਸੀਂ ਆਪਣੇ ਪੈਰੈਂਟ ਦਾ ਸੁਪਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਬਿਲਕੁਲ ਪਾਇਨੀਅਰ ਦੇ ਨੰਬਰ ਨੋਟ ਕਰ ਲਓ। ਸ਼ੋਅ ਤੋਂ ਬਾਅਦ ਤੁਸੀਂ ਇਹਨਾਂ ਨੂੰ ਕਾਲ ਕਰਕੇ ਮਿਲਣਾ ਚਾਹੁੰਦੇ ਹੋ, ਮਿਲ ਵੀ ਸਕਦੇ ਹੋ। 6 ਅਗਸਤ ਨੂੰ ਜਲੰਧਰ ਫਿਰ ਸਕਾਲਰਸ਼ਿਪ, ਉਸ ਤੋਂ ਬਾਅਦ ਹਾਂਜੀ ਬਿਲਕੁਲ 6 ਅਗਸਤ ਨੂੰ ਸਕਾਲਰਸ਼ਿਪ ਡੇ ਵੀ ਹੈਗਾ, ਕਿਉਂਕਿ ਕੰਪਨੀ ਨੇ ਸਕਾਲਰਸ਼ਿਪ ਸ਼ੁਰੂ ਕੀਤੇ ਹੋਏ ਨੇ ਪਿਛਲੇ ਤਕਰੀਬਨ 1 ਮਹੀਨੇ ਤੋਂ। $500 ਤੋਂ ਲੈ ਕੇ $5000 ਤੱਕ ਦਾ ਡਰਾ ਹੋਏਗਾ। ਜਿੰਨਾ ਵੀ ਡਰਾ ਨਿਕਲੇਗਾ ਸਟੂਡੈਂਟਸ ਦਾ, ਉਹ ਸਟੂਡੈਂਟਸ ਨੂੰ ਕਮਿਟਮੈਂਟ ਕੀਤੀ ਜਾਏਗੀ, ਉੱਥੇ ਜਾ ਕੇ ਪੜ੍ਹਨਗੇ ਅਤੇ ਉਹਨਾਂ ਨੂੰ ਉਹ ਸਕਾਲਰਸ਼ਿਪ ਦਿੱਤਾ ਜਾਏਗਾ। ਔਰ 6 ਅਗਸਤ ਨੂੰ ਜਲੰਧਰ, ਇਸ ਦੇ ਇਲਾਵਾ ਜਿਹੜਾ ਹੈਗਾ ਐਪਲੀਕੇਸ਼ਨ ਡੇ ਵੀ ਹੈਗਾ। ਦਾ ਮਤਲਬ ਸਾਰੇ ਆਫਿਸਰਸ ਦੇ ਵਿੱਚ ਚੰਗੇ ਮਾਰਕਸ ਵਾਲੇ ਜਾਂ ਚੰਗੇ ਜਿਹੜੇ ਕੇਸਿਸ, ਸਟਰੋਂਗ ਕੇਸਿਸ ਨੇ, ਜਿਨ੍ਹਾਂ ਦੇ ਵੀਜ਼ਾ ਚਾਂਸਿਸ ਹਾਈ ਹੋਣਗੇ, ਉਹਨਾਂ ਨੂੰ ਐਪਲੀਕੇਸ਼ਨ ਕਾਲਜ ਦੀ ਜਿਹੜੀ ਹੈ ਐਪਲੀਕੇਸ਼ਨ ਫੀਸ ਵੇਵ ਆਫ ਕੀਤੀ ਜਾਏਗੀ। ਕੰਪਨੀ ਆਲਰੇਡੀ ਜਿਹੜੀ ਹੈਗੀ ਹੈ ਚੰਗੇ ਕੇਸਿਸ ਤੋਂ ਕੰਪਨੀ ਫੀਸ ਨਹੀਂ ਲੈਂਦੀ। ਔਰ ਖਾਸ ਤੌਰ 'ਤੇ ਉਸ ਦਿਨ ਜਿਹੜੇ ਰੀਸੈਂਟਲੀ ਐਨਰੋਲਡ ਕਲਾਇੰਟਸ ਜਿਨ੍ਹਾਂ ਨੇ ਸਾਡੀਆਂ ਸਰਵਿਸਿਜ਼ ਹਾਇਰ ਕੀਤੀਆਂ ਹੋਣਗੀਆਂ, 6 ਅਗਸਤ ਨੂੰ ਜਲੰਧਰ ਦੇ ਵਿੱਚ ਮੈਂ ਆਪ ਹੋਊਂਗਾ ਸਟੂਡੈਂਟਸ ਨੂੰ, ਪੇਰੈਂਟਸ ਨੂੰ, ਕਲਾਇੰਟਸ ਨੂੰ ਮਿਲਣ ਵਾਸਤੇ, ਉਹਨਾਂ ਨੂੰ ਗਾਈਡ ਕਰਨ ਵਾਸਤੇ ਵੀ। ਔਰ ਸਕਾਲਰਸ਼ਿਪ ਜਿਹੜਾ ਹੈ ਉਹ ਦਿੱਤਾ ਜਾਏਗਾ, ਡਰਾ ਕੱਢਿਆ ਜਾਏਗਾ ਜੀ। ਪਿੱਛੇ ਕਾਫੀ ਬੱਚੇ ਇਹਦਾ ਫਾਇਦਾ ਲੈ ਚੁੱਕੇ ਨੇ ਜਿਹੜੇ ਹੋਏ ਆ। ਬਿਲਕੁਲ, ਰੀਸੈਂਟਲੀ ਇੱਕ ਰਾਜਵੀਰ ਕੌਰ ਸੀਗੀ ਬੇਟੀ ਜਿਹੜੀ ਹੈਗੀ ਆ, ਉਹ ਸੰਗਰੂਰ ਤੋਂ ਬਿਲੋਂਗ ਕਰਦੀ ਹੈਗੀ ਹੈ। ਉਸ ਦਾ $5000 ਦਾ ਜਿਹੜਾ ਹੈ ਸਕਾਲਰਸ਼ਿਪ ਨਿਕਲਿਆ ਸੀਗਾ, ਉਸ ਨੂੰ ਦਿੱਤਾ ਜਾਏਗਾ। ਔਰ ਇਸ ਦੇ ਇਲਾਵਾ 500 ਦਿੱਤਾ ਸਾਰਿਆਂ ਨੂੰ। 500 ਦੇਖੋ, ਵਨ ਥਿੰਗ ਟੂ ਬੀ ਨੋਟਿਸ ਜ਼ਰੂਰੀ ਹੈਗੀ ਆ, 500 ਦਾ ਹਰ ਇੱਕ ਨੂੰ ਦਿੱਤਾ ਜਾਏਗਾ। ਜ਼ਿਆਦਾ ਹੋ ਸਕਦਾ ਕਿਸੇ ਨੂੰ 1000 ਦਾ, ਕਿਸੇ ਨੂੰ 2000 ਦਾ, ਕਿਸੇ ਨੂੰ 3000 ਦਾ, ਕਿਸੇ ਨੂੰ 5000 ਦਾ, ਲੇਕਿਨ $500 ਦਾ ਸਕਾਲਰਸ਼ਿਪ ਹਰ ਇੱਕ ਸਟੂਡੈਂਟ ਨੂੰ ਦਿੱਤਾ ਜਾਏਗਾ। ਕਮਿਟਡ ਹੈਗਾ, ਸੋ ਵੈਲਕਮ ਜੀ।
ਜੀ। ਸੋ ਕੋਈ ਵੀ ਮਨ ਦੇ ਵਿੱਚ ਸਵਾਲ ਹੋਰ ਕੋਈ ਵੀਜ਼ੇ ਨੂੰ ਲੈ ਕੇ ਵੀ ਹੈ, ਤੁਸੀਂ ਇਹਨਾਂ ਤੱਕ ਜ਼ਰੂਰ ਸਾਂਝਾ ਕਰ ਲਿਓ। ਡਾਕਟਰ ਸਾਹਿਬ ਅਵੇਲੇਬਿਲਿਟੀ ਕਦੋਂ ਕਿੱਥੇ ਰਹਿੰਦੀ ਹੈ? ਮੈਂ ਚਾਹੂੰਗਾ ਜ਼ਰੂਰ ਜਿਹੜੇ ਮਿਲਣਾ ਚਾਹੁੰਦੇ ਨੇ ਉਹਨਾਂ ਲਈ ਦੱਸ ਦਿਓ। ਅਮਨ ਜੀ, ਰੀਸੈਂਟਲੀ ਸਾਰੇ ਸ਼ਹਿਰਾਂ ਦੇ ਵਿੱਚ ਸੈਮੀਨਾਰ ਹੋ ਕੇ ਹਟੇ ਨੇ ਸਾਡੇ, ਔਰ ਹੁਣ ਇਹ 6 ਅਗਸਤ ਨੂੰ ਜਿਸ ਤਰ੍ਹਾਂ ਮੈਂ ਦੱਸਿਆ ਜਲੰਧਰ ਦੇ ਵਿੱਚ, ਔਰ ਉਸ ਤੋਂ ਬਾਅਦ ਜਲਦੀ ਹੀ ਉਸ ਤੋਂ ਨੈਕਸਟ ਵੀਕ ਜਿਹੜੇ ਸਾਡੇ ਸਾਰੇ ਸ਼ਹਿਰਾਂ ਦੇ ਵਿੱਚ ਜਿੰਨੇ ਵੀ ਆਫਿਸ ਜਿਹੜੇ ਨੇ, ਲੁਧਿਆਣਾ, ਮੋਗਾ, ਫਿਰੋਜ਼ਪੁਰ, ਅੰਮ੍ਰਿਤਸਰ, ਬਰਨਾਲਾ, ਬਠਿੰਡਾ ਔਰ ਚੰਡੀਗੜ੍ਹ, ਮੋਹਾਲੀ, ਇਹ ਸਾਰੇ ਸਿਟੀਜ਼ ਦੇ ਵਿੱਚ ਦੁਬਾਰਾ ਤੋਂ ਸੈਮੀਨਾਰਸ ਹੋਣਗੇ। ਜ਼ਿਆਦਾਤਰ ਥਾਂ 'ਤੇ ਮੈਂ ਆਪ ਸਟੂਡੈਂਟਸ ਨੂੰ ਮਿਲ ਕੇ ਗਾਈਡੈਂਸ ਦੇਵਾਂਗਾ। ਅਗੇਨ ਸਕਾਲਰਸ਼ਿਪ ਉਸੇ ਤਰ੍ਹਾਂ ਚੱਲੇਗੀ, ਹਰ ਇੱਕ ਆਫਿਸ ਦੇ ਵਿੱਚ ਫੋਰਐਵਰ ਵਾਸਤੇ ਚੱਲਦੀ ਪਈ ਹੈਗੀ ਹੈ। ਐਪਲੀਕੇਸ਼ਨ ਡੇ ਜਿਹੜੇ ਹੁੰਦੇ ਨੇ ਉਸ ਦੇ ਵਿੱਚ ਐਪਲੀਕੇਸ਼ਨ ਫੀਸ ਵੇਵਰ ਹੁੰਦੇ ਨੇ, ਲੇਕਿਨ ਖਾਸ ਤੌਰ 'ਤੇ ਐਕਸਪਰਟਿਜ਼ CICC ਮੈਂਬਰ ਲੀਗਲੀ ਆਥੋਰਾਈਜ਼ਡ, ਹਰ ਕੇਸ ਦੇ ਉੱਪਰ ਮੇਰੀ ਨਿਗਾਹ, ਭਾਵੇਂ ਕਿਸੇ ਵੀ ਆਫਿਸ ਦੇ ਵਿੱਚ ਤੁਸੀਂ ਜਾਓਗੇ ਤੇ ਤੁਹਾਡੇ ਕੇਸ 'ਤੇ ਨਿਗਾਹ ਦਾ ਮਤਲਬ ਕਿਹੜਾ ਕਾਲਜ, ਕਿਹੜਾ ਕੋਰਸ, ਔਰ 100% ਓਨੈਸਟੀ, ਟਰਾਂਸਪੇਰੈਂਸੀ, ਕੇਅਰ। ਕੋਈ ਵੀ ਕਦੇ ਵੀ ਅਸੀਂ ਪਿਛਲੇ 20 ਸਾਲਾਂ ਵਿੱਚ ਕਦੇ ਵੀ ਇਹੋ ਜਿਹਾ ਕੋਈ ਕਾਲਜ ਕਿਸੇ ਸਟੂਡੈਂਟ ਨੂੰ ਨਹੀਂ ਰਿਕਮੈਂਡ ਕੀਤਾ ਜਿਸ ਦੇ ਵਿੱਚ ਵਰਕ ਪਰਮਿਟ ਨਾ ਮਿਲੇ, ਕਿਉਂਕਿ ਇਹੋ ਜਿਹੇ ਬੜੇ ਸਾਰੇ ਗੁੰਮਰਾਹ ਕੀਤੇ ਜਾਂਦੇ ਨੇ, ਸਟੂਡੈਂਟਸ ਨੂੰ ਬੜੀ ਤਰ੍ਹਾਂ ਦੀ ਗਲਤ ਰਸਤੇ 'ਤੇ ਭੇਜਿਆ ਜਾਂਦਾ ਹੈ। ਔਰ ਪਾਇਨੀਅਰ ਇਮੀਗ੍ਰੇਸ਼ਨ ਜਿਹੜੀ ਹੈ ਰੱਬ ਨੂੰ ਹਾਜ਼ਰ ਨਾਜ਼ਰ ਡਾਕਟਰ ਮੰਨ ਕੇ। ਸਾਹਿਬ ਇੱਕ ਸੌਰੀ ਪੁੱਛਣਾ ਚਾਹੁੰਦਾ, ਜਿਹੜਾ ਪੈਕੇਜ ਸਿਸਟਮ ਚੱਲਦਾ ਸੀ ਉਹਨੂੰ ਠੱਲ ਪਈ ਕਿ ਨਹੀਂ ਹੁਣ ਥੋੜਾ ਜਿਹਾ? ਦੇਖੋ ਉਹ ਤਾਂ ਆਲਮੋਸਟ ਉੱਦਾਂ ਹੀ ਚੱਲੀ ਜਾਂਦਾ ਹੈ, ਔਰ ਪਰ ਉਹ ਹੁਣ ਜਿਵੇਂ ਸਰਕਾਰੀ ਕਾਲਜ ਉਹ ਕਿਵੇਂ ਦੇਣਗੇ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਤੇ ਵਰਕ ਪਰਮਿਟ? ਦੇਖੋ ਸਵਾਲ ਹੀ ਨਹੀਂ ਪੈਦਾ ਹੁੰਦਾ। ਬਿਲਕੁਲ ਤੁਹਾਡੀ ਗੱਲ ਬਹੁਤ ਜਾਇਜ਼ ਔਰ ਬੜੀ ਵਧੀਆ ਗੱਲ ਤੁਸੀਂ ਚੱਕੀ ਹੈਗੀ ਹੈ। ਜਿਹੜੇ ਗੌਰਮੈਂਟ ਦੇ ਪਬਲਿਕ ਕਾਲਜਿਸ ਨੇ, ਸਰਕਾਰੀ ਕਾਲਜ ਨੇ, ਉਹ ਤਾਂ ਇਸ ਤਰ੍ਹਾਂ ਦਾ ਕੋਈ ਨਹੀਂ ਦੇਣਗੇ, ਲੇਕਿਨ ਅਸੀਂ ਤਾਂ ਕਦੇ ਇਸ ਵੱਲ ਸੋਚਿਆ ਵੀ ਨਹੀਂ ਕਿ ਆਫਟਰ ਵੀਜ਼ਾ ਦੀ ਫੀਸ ਜਿਹੜੀ ਹੈ ਕਾਲਜਾਂ ਦੀ, ਜਿਹੜੀ ਹੈ ਫੀਸ ਜਿਹੜੀ ਹੈ ਕਾਲਜਾਂ ਦੀ ਬਾਅਦ 'ਚ ਪੇ ਕਰੋ, ਔਰ ਜਾਂ ਪੈਕੇਜ ਜਿਹੜਾ ਹੈਗਾ ਕਿ ਆਫਟਰ ਵੀਜ਼ਾ ਦਾ ਫੀਸ ਦਿੱਤੀ ਜਾਏਗੀ। ਲੇਕਿਨ ਇਹ ਅਲਾਊਡ ਵੀ ਨਹੀਂ, ਅੰਬੈਸੀ ਵੱਲੋਂ ਅਲਾਊਡ ਨਹੀਂ, ਕਾਲਜਾਂ ਵੱਲੋਂ ਅਲਾਊਡ ਨਹੀਂ, ਔਰ ਡੈਫੀਨੇਟਲੀ ਜ਼ਿਆਦਾਤਰ ਕੋਈ ਇਹੋ ਜਿਹੇ ਪ੍ਰਾਈਵੇਟ ਕਾਲਜ ਹੋਣਗੇ ਜਿੱਥੇ ਪੜ੍ਹ ਕੇ ਬੱਚੇ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਣਾ। ਔਰ ਇਹ ਸਾਰੇ ਕੰਪਰੋਮਾਈਜ਼ਿਸ ਦਾ ਮਤਲਬ ਟਾਈਮ ਪਾਸ ਵਾਲਾ ਕੰਮ, ਜਿਸ ਦੇ ਵਿੱਚ ਬੱਚਿਆਂ ਨੂੰ ਨੁਕਸਾਨ, ਜਿਸ ਦੇ ਵਾਸਤੇ ਅਸੀਂ ਕਦੇ ਸੋਚ ਵੀ ਨਹੀਂ ਸਕਦੇ। ਔਰ ਪਾਇਨੀਅਰ ਇਮੀਗ੍ਰੇਸ਼ਨ ਜਿਸ ਤਰ੍ਹਾਂ ਆਪਾਂ ਸੋਚਦੇ ਹਾਂ ਕਿ ਗੱਡੀ ਠੀਕ ਕਰਾਉਣੀ ਹੈ, ਰੇਡੀਓ ਠੀਕ ਕਰਾਉਣਾ ਹੈ, ਜਾਂ ਕੋਈ ਹੋਰ ਮਸ਼ੀਨ ਠੀਕ ਕਰਾਉਣੀ ਹੈਗੀ ਹੈ, ਜਾਂ ਡਾਕਟਰ ਕੋਲ ਜਾਣਾ ਹੈ, ਤੇ ਬਿਲਕੁਲ ਜੈਨੂਅਨ ਤਰੀਕੇ ਨਾਲ ਸਹੀ ਸਲਾਹ ਮਿਲੇ। ਜਿੰਨੀ ਜ਼ਰੂਰੀ ਆ ਉਨੀ ਫੀਸ ਲੱਗੇ, ਔਰ ਕਾਲਾ ਮਾਲਾ ਜਿਹਨੂੰ ਕਹਿੰਦੇ ਆ ਉਹ ਨਾ ਹੋਵੇ। ਜਿਸ ਤਰ੍ਹਾਂ ਹਰ ਇੱਕ ਬੰਦਾ ਆਪਾਂ ਸੋਚਦੇ ਹਾਂ, ਮੈਂ ਵੀ ਇਹ ਗੱਲ ਸੋਚਦਾ, ਉਸੇ ਚੀਜ਼ ਨੂੰ ਨਾਲ ਲੈ ਕੇ ਜਿਸ ਤਰ੍ਹਾਂ ਆਪਣੇ ਗੁਰੂਆਂ ਨੇ ਸਿਖਾਇਆ, ਗੁਰਬਾਣੀ 'ਚ ਲਿਖਿਆ, ਔਰ ਜੈਨੂਅਨ, ਓਨੈਸਟ, ਪ੍ਰੋਫੈਸ਼ਨਲ, ਐਥੀਕਲ ਸਰਵਿਸਿਜ਼ ਦਿੰਦੇ ਹਾਂ ਅਸੀਂ ਬਿਲਕੁਲ ਚੰਗੇ ਤਰੀਕੇ ਨਾਲ। ਤੁਹਾਨੂੰ ਨਹੀਂ ਵੀ ਸਮਝ ਤੇ ਅਸੀਂ ਇਹ ਕਹਿੰਦੇ ਹਾਂ ਅਸੀਂ ਐਕਸਪਰਟ ਹੈਗੇ ਹਾਂ, ਅਸੀਂ ਸਮਝਦਾਰ ਹੈਗੇ ਹਾਂ, ਅਸੀਂ ਜਿਹੜੇ ਹੈ ਉਹੀ ਰੈਕਗਨਾਈਜ਼ਡ ਬਾਈ ਕੈਨੇਡਾ ਗੌਰਮੈਂਟ, ਕੈਨੇਡਾ ਅੰਬੈਸੀ, ਤੇ ਸਾਨੂੰ ਤਾਂ ਸਮਝ ਹੋਣੀ ਜ਼ਰੂਰੀ ਹੈ। ਅਸੀਂ ਸਮਝਦਾਰ ਹੋਣ ਦੇ ਬਾਵਜੂਦ ਅਸੀਂ ਕੁਝ ਗਲਤ ਕਰਾਂਗੇ, ਮਿਸਗਾਈਡੈਂਸ ਕਰਾਂਗੇ, ਗਲਤ ਚੀਜ਼ ਦੱਸਾਂਗੇ, ਗਲਤ ਚੀਜ਼ ਦੇਵਾਂਗੇ ਬੱਚਿਆਂ ਨੂੰ, ਤੇ ਫਿਰ ਉਹ ਜਿਹੜੀ ਹੈ ਬਹੁਤ ਗਲਤ ਚੀਜ਼ ਹੁੰਦੀ ਹੈ। ਸੋ ਵੀ ਆਰ ਕਮਿਟਡ ਟੂ 100% ਓਨੈਸਟੀ ਐਂਡ ਕੇਅਰ। ਵੈਲਕਮ। ਡਾਕਟਰ ਸਾਹਿਬ ਕੁਛ ਮੈਂ ਚਾਹੁੰਦਾ ਉਹਨਾਂ ਬੱਚਿਆਂ ਲਈ ਵੀ ਗਾਈਡੈਂਸ ਦੇ ਦਿਓ, ਜੀ ਹੁਣ ਮੌਂਟਰੀਅਲ ਦੇ 2023 ਸਤੰਬਰ ਤੋਂ ਕਹਿਤਾ ਜੀ ਪ੍ਰਾਈਵੇਟ ਕਾਲਜਿਸ ਨੂੰ ਵਰਕ ਪਰਮਿਟ ਨਹੀਂ ਮਿਲਣੇ। ਬਿਲਕੁਲ ਕਨਫਿਊਜ਼ਨ ਇਹ ਹੈ ਵੀ 2023 ਤੋਂ ਬਾਅਦ ਸਤੰਬਰ ਕੋਈ ਐਡਮਿਸ਼ਨ ਲਏਗਾ ਉਹਨੂੰ ਨਹੀਂ ਮਿਲਣੇ, ਜਾਂ ਜਿਹੜਾ ਹੁਣ ਪੜ੍ਹ ਰਿਹਾ ਉਹਦਾ ਕੋਰਸ ਪੂਰਾ ਹੋਏਗਾ ਉਹਨੂੰ ਵੀ ਨਹੀਂ ਮਿਲਣੇ। ਬਿਲਕੁਲ, ਇਹ ਜਿਹੜਾ ਜਿਨ੍ਹਾਂ ਦਾ ਕੋਰਸ ਸਤੰਬਰ 23 ਦੇ ਵਿੱਚ ਖਤਮ ਹੋਏਗਾ, ਪਹਿਲਾਂ ਖਤਮ ਹੋਏਗਾ, ਉਹਨਾਂ ਨੂੰ ਹੀ ਵਰਕ ਪਰਮਿਟ ਮਿਲਣਾ। ਅਗਰ ਸਤੰਬਰ 23 ਤੋਂ ਬਾਅਦ ਉਹਨਾਂ ਦਾ ਕੋਰਸ ਖਤਮ ਹੋਇਆ ਉਹਨਾਂ ਨੂੰ ਵੀ ਨਹੀਂ ਮਿਲਣਾ। ਜਿਹੜੇ ਹੁਣ ਜਾ ਰਹੇ ਹੈ ਬਿਲਕੁਲ ਸਤੰਬਰ 2023 ਉਸ ਤੋਂ ਪਹਿਲਾਂ ਅਗਰ ਜਿਹੜੇ ਹੁਣ ਜਾ ਰਹੇ ਨੇ ਸਤੰਬਰ 23 ਤੋਂ ਪਹਿਲਾਂ ਉਹਨਾਂ ਦਾ ਕੋਰਸ ਖਤਮ ਹੋ ਗਿਆ ਤਾਂ ਉਹਨਾਂ ਨੂੰ ਵਰਕ ਪਰਮਿਟ ਮਿਲੇਗਾ। ਅਗਰ ਸਤੰਬਰ 23 ਤੋਂ ਬਾਅਦ ਉਹਨਾਂ ਦਾ ਕੋਰਸ ਖਤਮ ਹੋਇਆ ਤਾਂ ਉਹਨਾਂ ਨੂੰ ਨਹੀਂ ਮਿਲੇਗਾ। ਬਿਲਕੁਲ ਇਸ ਚੀਜ਼ ਦਾ ਧਿਆਨ ਦੇਣਾ ਹੈਗਾ, ਔਰ ਬਿਲਕੁਲ ਕੇਅਰਫੁਲ ਹੋ ਕੇ ਐਡਮਿਸ਼ਨ ਲੈਣੀ ਹੈ। ਡਾਕਟਰ ਸਾਹਿਬ ਆਪਣਾ ਸ਼ੋਅ ਨਾ ਕਈ ਪੈਰੈਂਟਸ ਵੀ ਦੇਖਦੇ ਜਿਨ੍ਹਾਂ ਦੇ ਬੱਚੇ ਉੱਥੇ ਨੇ ਜਿਹੜੇ ਪ੍ਰਾਈਵੇਟ ਕਾਲਜਿਸ ਪੜ੍ਹ ਰਹੇ ਆ। ਹੁਣ ਤੁਹਾਡੇ ਆਲਰੇਡੀ ਕੈਨੇਡਾ 'ਚ ਵੀ ਆਫਿਸ ਨੇ, ਬਿਲਕੁਲ ਜੇ ਕੋਈ ਔਨ ਸ਼ੋਰ ਚੇਂਜ ਚਾਹੁੰਦਾ ਵੀ ਇੱਥੋਂ ਦਾ ਪ੍ਰਾਈਵੇਟ ਕਾਲਜ ਐਡਮਿਸ਼ਨ ਲੈ ਕੇ ਚਲਾ ਗਿਆ, ਹੁਣ ਉੱਥੋਂ ਚਾਹੁੰਦਾ ਵੀ ਪਬਲਿਕ ਕਾਲਜ ਮਿਲ ਜਾਵੇ, ਬਿਕੋਜ਼ ਫਿਰ ਵਰਕ ਪਰਮਿਟ ਵਾਲੀ ਦਿੱਕਤ ਆ ਜਾਏ। ਬਿਲਕੁਲ ਪਾਇਨੀਅਰ ਇਮੀਗ੍ਰੇਸ਼ਨ ਕੀ ਹੈਲਪ ਕਰੇਗੀ ਉਹਦੇ 'ਚ? ਡੈਫੀਨੇਟਲੀ ਉੱਥੇ ਸਾਡੇ ਆਫਿਸਿਸ ਬੜੇ ਚਿਰ ਤੋਂ ਹੈਗੇ ਨੇ, ਔਰ ਇੱਕ ਬਰੈਂਪਟਨ ਦੇ ਵਿੱਚ, ਇੱਕ ਸੈਸਕਾਟੂਨ ਦੇ ਵਿੱਚ, ਔਰ ਉੱਥੇ 9 ਆਫਿਸ ਇੱਥੇ ਜਿਹੜੇ ਪੰਜਾਬ ਦੇ ਵਿੱਚ ਹੈਗੇ ਨੇ। ਔਰ ਨਾ ਸਿਰਫ ਇਸ ਗੱਲ ਦਾ ਵੀ ਪ੍ਰਾਈਵੇਟ ਕਾਲਜ ਚਲੇ ਗਏ ਅਤੇ ਫਸ ਗਏ ਅਤੇ ਫਿਰ ਉਸ ਤੋਂ ਬਾਅਦ ਅਸੀਂ ਚੇਂਜ ਕਰਨਾ ਹੈ, ਪ੍ਰਾਈਵੇਟ ਕਾਲਜ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਣਾ, ਔਰ ਬਾਅਦ ਦੇ ਵਿੱਚ ਹੁਣ ਉਹ ਸਿੱਧੇ ਰਸਤੇ 'ਤੇ ਆਉਣਾ ਚਾਹੁੰਦੇ ਨੇ ਜਿੱਥੇ ਸਹੀ ਕਾਲਜ ਦੇ ਵਿੱਚ ਪੜ੍ਹ ਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲ ਜਾਵੇ। ਇਸ ਦੇ ਇਲਾਵਾ ਬਹੁਤ ਸਾਰੀਆਂ ਤਕਲੀਫਾਂ, ਪ੍ਰੋਬਲਮਸ ਹੁੰਦੀਆਂ ਨੇ ਕਿ ਕੈਨੇਡਾ ਦੇ ਵਿੱਚ ਜਦੋਂ ਪੋਰਟ ਆਫ ਐਂਟਰੀ 'ਤੇ ਜਿਹੜੇ ਏਅਰਪੋਰਟ 'ਤੇ ਜਦੋਂ ਪਹੁੰਚਦੇ ਨੇ ਸਟੂਡੈਂਟ,
ਤੇ ਉਹਨਾਂ ਨੂੰ ਵਰਕ ਜਿਹੜਾ ਸਟੱਡੀ ਪਰਮਿਟ ਹੈਗਾ ਉਹ 2 ਸਾਲ ਦੀ ਪੜ੍ਹਾਈ ਹੈ, ਲੇਕਿਨ ਸਟੱਡੀ ਪਰਮਿਟ 6 ਮਹੀਨੇ ਦਾ ਮਿਲਿਆ, ਫਿਰ ਨਹੀਂ ਮਿਲਿਆ ਪੂਰਾ। ਉਦੋਂ ਕੀ ਕਰਨਾ ਹੈਗਾ, ਕਿਵੇਂ ਸਟੱਡੀ ਪਰਮਿਟ ਨੂੰ ਅੱਗੇ ਕਰਨਾ ਹੈਗਾ। ਉੱਥੇ 1 ਸਾਲ ਦਾ ਕੋਰਸ ਲੈ ਕੇ ਗਏ ਅਤੇ 1 ਸਾਲ ਦਾ ਹੀ ਵਰਕ ਪਰਮਿਟ ਮਿਲਣਾ ਹੈਗਾ, ਨਹੀਂ ਲੈਣਾ ਚਾਹੀਦਾ। 1 ਸਾਲ ਦਾ ਕੋਰਸ ਤੋਂ ਬਾਅਦ 1 ਸਾਲ ਦਾ ਹੋਰ ਕੋਰਸ ਕਰ ਲਾਂਗੇ, 4-4 ਮਹੀਨੇ ਦੇ 2 ਸਮੈਸਟਰ ਹੁੰਦੇ ਨੇ 1 ਸਾਲ ਦੇ ਵਿੱਚ, ਅਤੇ 1 ਸਾਲ ਤੋਂ ਬਾਅਦ 1 ਸਾਲ ਦਾ ਹੋਰ ਕੋਰਸ ਲੈਣ ਦੇ ਵਿੱਚ, ਐਡਮਿਸ਼ਨ ਦੇ ਵਿੱਚ ਅਸੀਂ ਹੈਲਪ ਕਰਦੇ ਹਾਂ, ਔਰ ਸਟੱਡੀ ਪਰਮਿਟ ਐਕਸਟੈਂਸ਼ਨ ਕਰਵਾਉਣੀ ਹੁੰਦੀ ਹੈ ਉਸ ਦੇ ਵਿੱਚ ਅਸੀਂ ਹੈਲਪ ਕੇਅਰ ਕਰਦੇ ਹੈਗੇ ਹਾਂ, ਜਿਹੜੇ ਕੈਨੇਡਾ ਦੇ ਆਫਿਸ ਹੈਗੇ ਨੇ। ਔਰ ਪੜ੍ਹਾਈ ਖਤਮ ਹੋ ਗਈ, ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣ ਦੇ ਵਿੱਚ ਹੈਲਪ ਕਰਦੇ ਹੈਗੇ ਹਾਂ, ਕੇਅਰ ਕਰਦੇ ਹਾਂ। ਸੋ ਇਸ ਤਰ੍ਹਾਂ ਦੀ ਬੜੀਆਂ ਸਾਰੀਆਂ ਤਕਲੀਫਾਂ, ਉਲਝਣਾਂ, ਪਰੇਸ਼ਾਨੀਆਂ ਜਿਹੜੀ ਔਨਸ਼ੋਰ ਦੀ ਜਿਹੜੀ ਜੀ ਤੁਸੀਂ ਗੱਲ ਕੀਤੀ, ਉੱਥੇ ਜਾ ਕੇ ਸਟੂਡੈਂਟਸ ਨੂੰ ਜਿਹੜੀ ਕੋਈ ਵੀ ਤਕਲੀਫ ਹੋਵੇ ਸਾਡੇ ਆਫਿਸ ਵਿੱਚ ਫ਼ੋਨ 'ਤੇ ਗੱਲ ਕਰਨ 6479612313। ਇਹ ਸਾਡੇ ਜਿਹੜੇ ਫੇਸਬੁੱਕ ਪੇਜ, ਇੰਸਟਾਗ੍ਰਾਮ ਔਰ ਜਿਹੜੀ ਸਾਡੀ ਵੈਬਸਾਈਟ pioneerimmigration.com, ਉੱਥੇ ਇਹ ਸਾਰੀ ਡਿਟੇਲਸ ਦਿੱਤੀਆਂ ਹੋਈਆਂ ਨੇ, ਕੰਟੈਕਟ ਕਰ ਲੈਣ ਅਤੇ ਅਸੀਂ ਡੈਫੀਨੇਟਲੀ ਕੇਅਰ ਕਰਦੇ ਹਾਂ ਜੀ। ਇੱਥੇ ਕੁਝ ਸਟੂਡੈਂਟ ਮਿਲਾਉਂਦੇ ਆ ਜੀ, 1-2 ਮਿੰਟ ਦਾ ਸਮਾਂ ਬਚਿਆ, ਜਿਹੜੇ ਆਲਰੇਡੀ ਇਹਨਾਂ ਤੋਂ ਸਰਵਿਸਿਜ਼ ਲੈ ਚੁੱਕੇ ਨੇ, ਜਾਣਦੇ ਆ ਉਹਨਾਂ ਦਾ ਐਕਸਪੀਰੀਅੰਸ। Hello everyone, my name is Jashneet Kaur. I recently completed my senior secondary education, and after that I applied for my file through Pioneer Immigration, and I got my visa in 2 months. So I highly recommend everyone, to all of you, to apply your file from here, because the staff is very cooperative and you will get your visa in few months. My name is Gurkavalpreet Kaur. I hail from village Khokhurkot, district Mansa. I have completed my senior secondary education with art stream, and after that I have given IELTS exam. After clearation of the exam, I have applied a file from Pioneer Immigration Bathinda, and their process is incredible and the staff is very cooperative, and finally I got a visa from Canada. Thanks a lot to Pioneer Immigration for excellent process. Hello everyone, my name is Navdeep Kaur. I belong to village Swander, and I completed my senior secondary in 2020, and after that I gave IELTS exam and I got 6 band scores. After that I applied for my file from Pioneer Immigration, and I got my visa within 2 months. I highly recommend you to visit Pioneer Immigration for your better process. I especially thank to good staff, and staff is very cooperative. Thank you. ਠੀਕ ਹੈ, ਮੇਰਾ ਨਾਮ ਸੁਖਪ੍ਰੀਤ ਸਿੰਘ, ਮੈਂ ਪਿੰਡ ਰਾਮਨਗਰ ਬਠਿੰਡਾ ਤੋਂ ਬਿਲੋਂਗ ਕਰਦਾ ਹਾਂ ਅਤੇ ਮੈਂ ਰੀਸੈਂਟਲੀ ਆਪਣੀ ਗ੍ਰੈਜੂਏਸ਼ਨ DAV ਕਾਲਜ ਵਿੱਚੋਂ ਕੰਪਲੀਟ ਕੀਤੀ। ਇਸ ਤੋਂ ਬਾਅਦ ਮੈਂ ਆਈਲੈਟਸ ਵਿੱਚੋਂ 6.5 ਬੈਂਡ ਲੈ ਕੇ ਆਪਣੀ ਫਾਈਲ ਪਾਇਨੀਅਰ ਇਮੀਗ੍ਰੇਸ਼ਨ ਤੋਂ ਅਪਲਾਈ ਕਰਾਈ ਅਤੇ ਅੱਜ ਮੇਰਾ ਵੀਜ਼ਾ ਮੇਰੇ ਹੱਥ ਵਿੱਚ ਹੈ। ਮੈਂ ਸਭ ਨੂੰ ਇਹੀ ਰਿਕਮੈਂਡ ਕਰਦਾ ਹਾਂ ਕਿ ਤੁਸੀਂ ਵੀ ਆਪਣੀ ਫਾਈਲ ਪਾਇਨੀਅਰ ਇਮੀਗ੍ਰੇਸ਼ਨ ਤੋਂ ਹੀ ਲਵਾਓ। ਧੰਨਵਾਦ। Hello everyone, I am Sumandeep Kaur. I did my senior secondary education with non-medical stream, and after that I did IELTS, and I got very good score in the IELTS exam. After that I applied for my file from Pioneer Immigration, and the staff is cooperative and well experienced. So today I am very happy that I get my visa. ਮੇਰਾ ਨਾਮ ਰਾਹੁਲ ਸਿੰਘ ਹੈ ਅਤੇ ਮੈਂ +2 ਕੀਤੀ ਸੀ ਅਤੇ ਮੇਰੇ IELTS 7.5 ਬੈਂਡ ਸਕੋਰ ਆਏ ਸੀਗੇ, ਅਤੇ ਮੈਂ ਆਪਣੀ ਕੈਨੇਡਾ ਦੀ ਫਾਈਲ KP ਯੂਨੀਵਰਸਿਟੀ ਪਾਇਨੀਅਰ ਇਮੀਗ੍ਰੇਸ਼ਨ ਤੋਂ ਲਗਵਾਈ ਸੀਗੀ, ਅਤੇ ਅੱਜ ਮੇਰਾ ਵੀਜ਼ਾ ਆ ਚੁੱਕਿਆ ਹੈਗਾ ਅਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈਗੀ, ਅਤੇ ਇਹਨਾਂ ਦੀ ਸਰਵਿਸ ਬਹੁਤ ਜ਼ਿਆਦਾ ਵਧੀਆ ਅਤੇ ਬਹੁਤ ਜੈਨੂਇਨ ਹੈਗੀ, ਅਤੇ ਮੈਂ ਤੁਹਾਨੂੰ ਸਭ ਨੂੰ ਰੈਕਮੈਂਡ ਕਰੂੰਗਾ ਇਹਨਾਂ ਤੋਂ ਆਪਣਾ ਵੀਜ਼ਾ ਲਗਵਾਉਣ ਲਈ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸ਼ੁਭਮ। ਮੈਨੂੰ ਪਾਇਨੀਅਰ ਇਮੀਗ੍ਰੇਸ਼ਨ ਬਾਰੇ ਮੇਰੇ ਇੱਕ ਦੋਸਤ ਤੋਂ ਪਤਾ ਲੱਗਿਆ, ਅਤੇ ਜਦੋਂ ਮੈਂ ਇੱਥੇ ਵਿਜ਼ਿਟ ਕੀਤਾ ਮੈਨੂੰ ਇੱਥੇ ਦਾ ਸਟਾਫ ਅਤੇ ਸਰਵਿਸ ਬਹੁਤ ਚੰਗੀਆਂ ਲੱਗੀਆਂ, ਅਤੇ ਇਹਨਾਂ ਨੇ ਮੇਰਾ ਵੀਜ਼ਾ ਸਿਰਫ 65 ਡੇਜ਼ 'ਚ ਅਵੇਲੇਬਲ ਕਰਾਤਾ ਸੀਗਾ। ਇਸ ਲਈ ਮੈਂ ਸਾਰਿਆਂ ਨੂੰ ਸੁਜੈਸਟ ਕਰੂੰਗਾ ਵੀ ਪਲੀਜ਼ ਇੱਕ ਵਾਰ ਇੱਥੇ ਵਿਜ਼ਿਟ ਕਰੋ ਅਤੇ ਆਪਣੇ ਮਨ ਚਾਹੇ ਸੁਪਨੇ ਪੂਰੇ ਕਰੋ। ਥੈਂਕ ਯੂ। ਸੀਗੇ ਜੀ ਕੋਈ ਸਟੂਡੈਂਟ ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ ਸਾਂਝਾ ਕੀਤਾ, ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਆਉਂਦਾ ਹੈ, ਨੰਬਰ ਨੋਟ ਕਰ ਲਓ ਜ਼ਰੂਰ। ਆਸਟ੍ਰੇਲੀਆ ਨੂੰ ਲੈ ਕੇ ਜਾਂ ਕੈਨੇਡਾ ਨੂੰ ਲੈ ਕੇ ਕੋਈ ਵੀ ਮਨ ਦੇ ਵਿੱਚ ਡਾਊਟ ਹੈ, ਕਲੀਅਰ ਕੀਤਾ ਜਾ ਸਕਦਾ ਇਹਨਾਂ ਦੇ ਆਫਿਸ ਵਿਜ਼ਿਟ ਕਰਕੇ। ਡਾਕਟਰ ਸਾਹਿਬ, ਸ਼ੋਅ ਦਾ ਸਮਾਂ ਨਹੀਂ ਅਲਾਉ ਕਰ ਰਿਹਾ, ਬਟ ਸ਼ੋਅ 'ਚ ਆਉਣ ਲਈ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ, ਵੈਲਕਮ। ਧੰਨਵਾਦ ਸਾਰੇ ਦਰਸ਼ਕਾਂ ਦਾ। ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ।